ਹੈਲਥ ਪਲੱਸ ਪ੍ਰੋਗਰਾਮ 'ਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਗੁਪਤਾ ਹਸਪੀਟਲ, ਨੇੜੇ ਸਰਕਾਰੀ ITI GT ਰੋਡ ਮੋਗਾ। ਗੁਪਤਾ ਹਸਪੀਟਲ ਵਿਖੇ ਲੈਪਰੋਸਕੋਪਿਕ ਅਤੇ ਜਨਰਲ ਸਰਜਰੀ, ਪੇਟ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ, ਹਰ ਤਰ੍ਹਾਂ ਦੇ ਮਰੀਜ਼ਾਂ ਦਾ ਇਲਾਜ, ਹਰ ਤਰ੍ਹਾਂ ਦੇ ਲੇਜ਼ਰ ਟ੍ਰੀਟਮੈਂਟ, ਚਮੜੀ ਦੇ ਰੋਗਾਂ ਦਾ ਇਲਾਜ ਤੇ ਹੇਅਰ ਟ੍ਰਾਂਸਪਲਾਂਟ ਕੀਤਾ ਜਾਂਦਾ ਹੈ। ਸਾਡੀ ਟੀਮ ਨੇ ਡਾਕਟਰ ਸੁਰੇਸ਼ ਗੁਪਤਾ ਜੀ ਨਾਲ ਗੱਲਬਾਤ ਕੀਤੀ, ਜੋ ਕਿ MBBS MS PGI ਚੰਡੀਗੜ੍ਹ ਨੇ। ਡਾਕਟਰ ਸੁਰੇਸ਼ ਗੁਪਤਾ ਵੱਲੋਂ 1 ਜਨਵਰੀ ਤੋਂ 31 ਜਨਵਰੀ ਤੱਕ ਹਰ ਰੋਜ਼ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਗੁਪਤਾ ਹਸਪਤਾਲ ਵਿਖੇ ਫ੍ਰੀ OPD ਲਗਾਈ ਜਾ ਰਹੀ ਹੈ, ਜਿੱਥੇ ਪੇਟ, ਜਿਗਰ, ਸਰਜੀਕਲ ਸਮੱਸਿਆਵਾਂ, ਸ਼ੂਗਰ, ਬਲੱਡ ਪ੍ਰੈਸ਼ਰ, ਥਾਇਰਾਇਡ, ਬਵਾਸੀਰ, ਫਿਸ਼ਰ, ਪੁਗੰਦਰ, ਛਾਤੀ ਦੀਆਂ ਸਮੱਸਿਆਵਾਂ ਤੇ ਹੋਰ ਜਨਰਲ ਸਮੱਸਿਆਵਾਂ ਵਾਲੇ ਮਰੀਜ਼ ਡਾਕਟਰ ਸਾਹਿਬ ਨੂੰ ਮਿਲ ਕੇ ਉਹਨਾਂ ਦੀਆਂ ਸੇਵਾਵਾਂ ਦਾ ਫਾਇਦਾ ਚੁੱਕ ਸਕਦੇ ਨੇ। ਆਓ ਕਰਦੇ ਹਾਂ ਗੱਲਬਾਤ ਡਾਕਟਰ ਸੁਰੇਸ਼ ਗੁਪਤਾ ਜੀ ਦੇ ਨਾਲ। ਦਰਸ਼ਕੋ, ਹੈਲਥ ਪਲੱਸ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਗੁਪਤਾ ਹਸਪੀਟਲ, ਜਿਹਦੇ ਵਿੱਚ ਇਹ ਡਾਕਟਰ ਸੁਰੇਸ਼ ਜੀ, ਜਿਨ੍ਹਾਂ ਨੇ ਲੰਬਾ ਸਮਾਂ ਤਕਰੀਬਨ 20 ਸਾਲ ਦਾ ਪੀਰੀਅਡ ਹੋ ਗਿਆ ਇਹਨਾਂ ਨੂੰ ਮੋਗਾ ਵਿਖੇ ਸਰਜਰੀਜ਼ ਕਰਦਿਆਂ ਨੂੰ, ਚਾਹੇ ਉਹ ਲੈਪਰੋਸਕੋਪਿਕ ਸਰਜਰੀਜ਼ ਹੈ, ਚਾਹੇ ਉਹ ਓਪਨ ਸਰਜਰੀਜ਼ ਹੈਗੀਆਂ, ਔਰ ਨਾਲ ਡਾਕਟਰ ਸੀਮਾ, ਜਿਨ੍ਹਾਂ ਨੇ ਸਕਿਨ ਦੇ ਫੀਲਡ ਦੇ ਵਿੱਚ ਆਪਣੀਆਂ ਜਿਹੜੀਆਂ ਮਹਾਰਤ ਹਾਸਲ ਕੀਤੀ ਹੋਈ ਹੈ। ਔਰ ਹੁਣ ਇਹ ਆਪਾਂ GT ਰੋਡ ਦੇ ਉੱਪਰ ਕੋਟਪੁਰਾ ਬਾਈਪਾਸ ਦੇ ਬਿਲਕੁਲ ਨਾਲ ਜਿਹੜਾ ਹੈਗਾ ਇਹਨਾਂ ਨੇ ਆਪਣਾ ਹਸਪੀਟਲ ਗੁਪਤਾ ਹਸਪੀਟਲ ਖੋਲ੍ਹਿਆ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਥੈਂਕ ਯੂ। ਪੰਜਾਬ ਪਲੱਸ ਦੇ ਦਰਸ਼ਕਾਂ ਨੂੰ ਮੇਰਾ ਬਹੁਤ-ਬਹੁਤ ਨਮਸਕਾਰ, ਸਤਿ ਸ਼੍ਰੀ ਅਕਾਲ। ਤੁਹਾਡਾ ਵੀ ਮੈਨੂੰ ਆਪਣਾ ਮੌਕਾ ਦੇਣ ਵਾਸਤੇ ਬਹੁਤ-ਬਹੁਤ ਧੰਨਵਾਦ। ਡਾਕਟਰ ਸਾਹਿਬ, ਗੁਪਤਾ ਹਸਪੀਟਲ ਜਿਹੜਾ ਕਿ ਤੁਸੀਂ ਇੱਕ ਆਪਣੇ ਮਨ ਦੇ ਵਿੱਚ ਟੀਸ ਲੈ ਕੇ ਖੋਲ੍ਹਿਆ ਕਿ ਇਹ ਏਰੀਆ ਜਿਹਦੇ ਵਿੱਚ ਕਿ ਸਰਜਰੀਜ਼ ਦਾ ਜਿਹੜਾ ਅਭਾਵ ਹੈ, ਬਹੁਤ ਦੂਰ ਲੋਕਾਂ ਨੂੰ ਸਰਜਰੀਜ਼ ਲਈ ਜਾਣਾ ਪੈਂਦਾ ਸੀਗਾ, ਉਹਦੇ ਲਈ, ਔਰ ਸਕਿਨ ਦੀਆਂ, ਕਿਉਂਕਿ ਸਕਿਨ ਦੀ ਅੱਜ ਕੱਲ੍ਹ ਜਿਹੜੀਆਂ ਬਿਮਾਰੀਆਂ ਹੈਗੀਆਂ, ਔਰ ਜਿਸ ਤਰੀਕੇ ਨਾਲ ਕਾਸਮੈਟਿਕ ਤਰੀਕੇ ਦੇ ਨਾਲ ਤੁਸੀਂ ਸਮਾਰਟ ਬਣਾਉਣਾ ਲੋਕਾਂ ਨੂੰ, ਹੇਅਰ ਟ੍ਰਾਂਸਪਲਾਂਟ ਕਰਨਾ, ਹਰ ਪ੍ਰੋਸੀਜਰ ਜਿਹੜਾ ਇੱਥੇ ਹੁੰਦਾ, ਕੀ ਕਹਿਣਾ ਚਾਹੋਗੇ ਕਿ ਇਸ ਏਰੀਆ ਦੇ ਵਿੱਚ ਜਿੱਥੇ ਕਿ ਆਸ-ਪਾਸ ਕਾਫੀ ਜਿਹੜੇ ਹੈਗੇ ਆ, ਇਹ ਇੱਕ ਐਂਟਰੀ ਹੈਗੀ ਆ, ਗੇਟਵੇ ਹੈਗਾ ਮੋਗਾ ਨੂੰ ਜਾਣ ਦੇ ਲਈ, ਉੱਥੇ ਤੁਸੀਂ ਹਾਰਟ ਆਫ ਦੀ ਸਿਟੀ ਇਹ ਖੋਲ੍ਹਿਆ ਹੈਗਾ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਵੱਲੋਂ ਆਪਣੇ ਬਾਰੇ ਵਿੱਚ ਕੁਝ ਦੱਸਣਾ ਚਾਹਾਂਗਾ ਕਿ ਮੈਂ ਡਾਕਟਰ ਸੁਰੇਸ਼ ਗੁਪਤਾ, ਮੇਰੀ ਜਿਹੜੀ PGI ਚੰਡੀਗੜ੍ਹ ਤੋਂ ਸਰਜਰੀ ਦੀ ਟ੍ਰੇਨਿੰਗ ਹੈਗੀ ਆ। ਸਰਜਰੀ ਦੀ ਟ੍ਰੇਨਿੰਗ ਕਰਨ ਤੋਂ ਬਾਅਦ ਮੈਂ ਮੈਡੀਕਲ ਕਾਲਜ ਦੇ ਵਿੱਚ ਐਜ਼ ਅਸਿਸਟੈਂਟ ਪ੍ਰੋਫੈਸਰ ਕੰਮ ਕੀਤਾ ਹੋਇਆ। ਉਹਦੇ ਬਾਅਦ ਫਿਰ ਮੈਂ ਪ੍ਰਾਈਵੇਟ ਪ੍ਰੈਕਟਿਸ 'ਚ ਆਇਆ ਪੰਜਾਬ ਦੇ ਵਿੱਚ, ਮੋਗੇ 'ਚ ਮੈਨੂੰ ਹੋ ਗਿਆ ਟਾਈਮ ਕਾਫੀ, ਤੇ ਹਰ ਤਰ੍ਹਾਂ ਦੀ ਸਰਜਰੀ ਜਿਹੜੀ ਹੈ ਮੈਂ ਕਰ ਰਿਹਾ ਹੈਗਾ। ਪਿੱਤੇ ਦੀ ਪੱਥਰੀ ਦੀ, ਗੁਰਦੇ ਦੀ ਪੱਥਰੀ, ਅਪੈਂਡਿਕਸ, ਹਰਨੀਆ। ਮੈਂ ਲੈਪਰੋਸਕੋਪੀ ਦੇ ਵਿੱਚ ਐਡਵਾਂਸਡ ਫੈਲੋਸ਼ਿਪ ਕੀਤੀ ਹੋਈ ਹੈ, ਡਿਪਲੋਮਾ ਕੀਤਾ ਹੋਇਆ ਹੈ ਬੰਬੇ ਤੋਂ। ਉਹਦੇ ਬਾਅਦ ਮੈਂ ਲੈਪਰੋਸਕੋਪਿਕ ਸਰਜਰੀ ਸ਼ੁਰੂ ਕੀਤੀ ਸੀ। ਇਹ ਨਹੀਂ ਹੈ ਕਿ, ਔਰ ਪਿਛਲੇ 8 ਸਾਲ ਤੋਂ ਮੈਂ ਮੋਗੇ ਦੇ ਲੋਕਾਂ ਨੂੰ ਸਾਰੀਆਂ ਜਿਹੜੀਆਂ ਫੈਸਿਲਿਟੀਜ਼ ਦੇ ਰਿਹਾ ਹੈਗਾ, ਔਰ ਸਾਰੇ ਮਰੀਜ਼ ਜਿਹੜੇ ਹੈ ਕੰਪਲਿਕੇਟਡ ਤੋਂ ਕੰਪਲਿਕੇਟਡ ਵੀ ਜਿਹੜੇ ਇੱਥੇ ਬਾਕੀ ਸਾਰੇ ਜਵਾਬ ਦੇ ਦਿੰਦੇ ਹੈਗੇ, ਉਹ ਵੀ ਮੈਂ ਆਪਰੇਟ ਕੀਤੇ ਹੈਗੇ, ਤੇ ਰੱਬ ਦੀ ਦਇਆ ਨਾਲ ਸਾਰੇ ਠੀਕ ਠਾਕ ਹੋ ਕੇ ਘਰ ਜਾਂਦੇ ਹੈਗੇ। ਉਸ ਤੋਂ ਇਲਾਵਾ ਹੁਣ ਮੈਂ ਆਪਣਾ ਹਸਪੀਟਲ ਛੋਟਾ ਜਿਹਾ ਇੱਕ ਸ਼ੁਰੂ ਕੀਤਾ ਹੈਗਾ, ਜਿਹਦੇ ਵਿੱਚ ਕਿ ਅਸੀਂ ਲੈਪਰੋਸਕੋਪਿਕ ਸਰਜਰੀ, ਹਿਸਟੈਕਟੋਮੀਜ਼, ਅਪੈਂਡਿਕਸ, ਹਰਨੀਆ, ਗਾਲ ਬਲੈਡਰ ਆਪਰੇਸ਼ਨ, ਬਾਕੀ ਹੋਰ ਲਿਵਰ ਦੀਆਂ ਬਿਮਾਰੀਆਂ ਦੇ ਮਰੀਜ਼ ਤੇ ICU ਵਗੈਰਾ ਸਭ ਕੁਝ ਅਸੀਂ ਬਣਾਇਆ ਹੈਗਾ। ਇਸ ਦੇ ਨਾਲ ਹੀ ਅਸੀਂ ਚਮੜੀ ਦਾ ਡਾਕਟਰ ਸੀਮਾ ਗੁਪਤਾ ਪੇਸ਼ੈਂਟ ਦੇਖਦੇ ਹੈਗੇ ਨੇ, ਉਹਨਾਂ ਨੇ ਸਾਰੇ ਲੇਜ਼ਰਸ ਵਗੈਰਾ ਜਿਹੜੇ ਆ ਉਹ ਲਗਾਏ ਹੋਏ ਹੈ, ਔਰ ਅਸੀਂ ਅਨਵਾਂਟਿਡ ਹੇਅਰ ਟ੍ਰਾਂਸਪਲਾਂਟ, ਹੇਅਰ ਫਾਲ ਦੀ ਟ੍ਰੀਟਮੈਂਟ, ਐਕਨੀ ਯਾਨੀ ਕਿ ਜਿਹਨੂੰ ਕਹਿੰਦੇ ਆ ਕਿੱਲ ਮੁਹਾਸੇ, ਛਾਈਆਂ, ਛਿੰਬ ਜਿਹੜੇ ਹੁੰਦੇ ਆ, ਉਹ ਸਾਰਿਆਂ ਦਾ ਇਲਾਜ ਜਿਹੜੇ ਹੈ ਇੱਥੇ ਲੇਜ਼ਰ ਮਸ਼ੀਨਾਂ ਨਾਲ, ਆਧੁਨਿਕ ਤਕਨੀਕਾਂ ਨਾਲ ਕੀਤਾ ਜਾਂਦਾ ਹੈ। ਔਰ ਪੇਟ ਦੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਜਿਹੜਾ ਵਾ ਉਹ ਮੈਂ ਕਰਦਾ ਹੈਗਾ। ਪੇਟ ਦੀਆਂ ਬਿਮਾਰੀਆਂ ਹੋ ਗਈਆਂ, ਦਿਮਾਗੀ ਪਰੇਸ਼ਾਨੀਆਂ ਹੈਗੀਆਂ, ਜਿਹੜੀਆਂ ਦਿਮਾਗ ਦੀਆਂ ਸੱਟਾਂ ਹੈਗੀਆਂ ਜਾਂ ਅਟੈਕ ਹੁੰਦੇ, ਪੈਰਾਲਿਸਿਸ ਦੇ, ਉਹ ਸਾਰਾ ਮੈਂ, ਕਿਉਂਕਿ ਮੈਂ PGI ਦੇ ਵਿੱਚ 6 ਮਹੀਨੇ ਨਿਊਰੋ ਸਰਜਰੀ ਦੇ ਵਿੱਚ ਵੀ ਕੰਮ ਕੀਤਾ ਹੋਇਆ, ਇਸ ਕਰਕੇ ਮੈਂ ਉਹ ਵੀ ਮਰੀਜ਼ਾਂ ਨੂੰ ਦੇਖਦਾ ਹੈਗਾ, ਤੇ ਜੋ ਵੀ ਮਰੀਜ਼ ਬੈਸਟ ਪੋਸੀਬਲ ਸਲਾਹ ਹੈਗੀ ਹੈ ਮਰੀਜ਼ ਨੂੰ, ਉਹ ਦੇਣ ਦੀ ਕੋਸ਼ਿਸ਼ ਕਰੀਦੀ ਹੈ ਤਾਂ ਕਿ ਮਰੀਜ਼ ਜਲਦੀ ਤੋਂ ਜਲਦੀ ਰਿਕਵਰ ਹੋ ਜਾਏ। ਇਸ ਤੋਂ ਇਲਾਵਾ ਡਾਇਬਟਿਕ ਫੁੱਟ ਦੇ ਮਰੀਜ਼ਾਂ ਨੂੰ ਵੀ ਮੈਂ ਮੈਨੇਜ ਕਰਦਾ ਹੈਗਾ। ਉਹਦੇ ਵਿੱਚ ਕੋਈ ਆਪਰੇਸ਼ਨ ਹੋਣਾ ਹੈ, ਕਿਸੇ ਦਾ ਕੋਈ ਡਿਬਰਾਈਡਮੈਂਟ ਹੋਣੀ ਹੈ, ਤਾਂ ਕਿ ਮਰੀਜ਼ ਦਾ ਪੈਰ ਜਿਹੜਾ ਵਾ ਉਹ ਬਚਾਇਆ ਜਾ ਸਕੇ। ਸਾਡੀ ਕੋਸ਼ਿਸ਼ ਦੋਨਾਂ ਦੀ ਇਹ ਹੁੰਦੀ ਹੈ ਕਿ ਮਰੀਜ਼ ਨੂੰ ਜੜੋਂ ਬਿਮਾਰੀ ਫੜ ਕੇ ਤੇ ਉਹਦਾ ਇਲਾਜ ਕੀਤਾ ਜਾਏ, ਨਾ ਕਿ ਉੱਪਰੋਂ ਸਿੰਪਟੋਮੈਟਿਕ ਟ੍ਰੀਟਮੈਂਟ ਦਿੱਤੀ ਜਾਏ। ਤੇ ਇਹੋ ਹੀ ਸਾਡੀ ਕੋਸ਼ਿਸ਼ ਹੈਗੀ ਹੈ ਕਿ ਅਸੀਂ ਜਿਹੜੀ
ਐਜੂਕੇਸ਼ਨ ਹਾਸਿਲ ਕੀਤੀ ਆ ਉਹਦਾ ਜਿਹੜਾ ਸੁਸਾਇਟੀ ਨੂੰ ਜਿੰਨਾ ਵੱਧ ਤੋਂ ਵੱਧ ਬੈਨੀਫਿਟ ਹੋ ਸਕੇ ਉਹ ਅਸੀਂ ਬੈਨੀਫਿਟ ਜਿਹੜੇ ਆ ਸੁਸਾਇਟੀ ਨੂੰ ਦਈਏ। ਉਹ ਇਹੋ ਹੀ ਸੀਗਾ ਕਿ ਨਵੇਂ ਸਾਲ ਦੇ ਵਿੱਚ ਅਸੀਂ ਸੋਚਿਆ ਕਿ ਕੁਝ ਨਵੀਂ ਸ਼ੁਰੂਆਤ ਕੀਤੀ ਜਾਏ ਤੇ ਲੋਕਾਂ ਨੂੰ ਥੋੜੀ ਫੈਸਿਲਿਟੀ ਦਿੱਤੀ ਜਾਏ, ਕਿਉਂਕਿ ਲੋਕਾਂ ਨੂੰ ਇਹ ਹੁੰਦਾ ਹੈ ਕਿ ਡਾਕਟਰ ਕੋਲ ਜਾਈਏ। ਜ਼ਿਆਦਾਤਰ ਮਰੀਜ਼ ਜਿਹੜੇ ਆ ਉਹ RMPs ਕੋਲ ਜਾਂ ਲੋਕਲ ਡਾਕਟਰਾਂ ਕੋਲ ਇਲਾਜ ਕਰਾਉਂਦੇ ਰਹਿੰਦੇ ਹੈਗੇ ਨੇ ਤੇ ਬਿਮਾਰੀ ਉਹਨਾਂ ਦੀ ਫੜੀ ਨਹੀਂ ਜਾਂਦੀ ਹੈਗੀ। ਅਸੀਂ ਇਸੇ ਕਰਕੇ 1 ਮਹੀਨਾ ਪੂਰਾ ਜਿਹੜਾ ਫ੍ਰੀ OPD ਕੀਤੀ ਸੀ ਤਾਂ ਕਿ ਮਰੀਜ਼ ਬਿਨਾਂ ਕਿਸੇ ਝਿਜਕ ਦੇ ਸਾਡੇ ਕੋਲ ਆ ਕੇ ਤੇ ਸਾਡੀ ਐਟਲੀਸਟ ਸਹੀ ਸਲਾਹ ਲਵੇ, ਉਹਦੇ ਬਾਅਦ ਅੱਗੇ ਜੋ ਵੀ ਇਲਾਜ ਕਰਾਉਣਾ ਉਹਨੇ ਉਹ ਕਰਾਏ। ਡਾਕਟਰ ਸਾਹਿਬ ਕਿ ਲੈਬੋਰਟਰੀ ਟੈਸਟਸ ਵੀ ਤੁਸੀਂ ਨਾਲ ਅਟੈਚ ਕੀਤੇ ਹੋਏ ਨੇ? ਹਾਂਜੀ ਹਾਂਜੀ, ਸਾਡੀ ਜਿਹੜੀ ਹੈ ਲੈਬੋਰਟਰੀ ਦੇ ਨਾਲ ਟਾਈ ਅਪ ਹੈਗਾ। ਸਾਡਾ ਮੈਟਰੋਪੋਲਿਸ ਲੈਬ ਲੁਧਿਆਣਾ ਦੇ ਨਾਲ ਟਾਈ ਅਪ ਹੈਗਾ। ਉਹਨਾਂ ਦੇ ਉੱਥੋਂ ਹੀ ਅਸੀਂ ਜ਼ਿਆਦਾਤਰ ਟੈਸਟ ਕਰਵਾਉਂਦੇ ਹੈਗੇ ਹਾਂ, ਅਨਲੈਸ ਅੰਟਿਲ ਬਹੁਤ ਜ਼ਿਆਦਾ ਐਮਰਜੈਂਸੀ ਹੋਏ ਤਾਂ ਲੋਕਲ ਲੈਬ 'ਚੋਂ ਟੈਸਟ ਕਰਵਾਉਂਦੇ। ਡਾਕਟਰ ਸਾਹਿਬ ਨਾਲ ਸਮੇਂ ਜਿੱਦਾਂ ਤੁਸੀਂ ਆਪਣੇ ਮਨ 'ਚ ਕਿਹਾ ਕਿ ਅਸੀਂ ਕੈਂਪਸ ਦਾ ਵੀ ਜਿਹੜਾ ਹੈਗਾ ਆਰਗੇਨਾਈਜ਼ ਕਰਨੇ ਹੈਗੇ ਔਰ ਕਾਫੀ ਕੈਂਪਸ ਅਸੀਂ ਜਿਸ ਤਰੀਕੇ ਨਾਲ ਤੁਹਾਡਾ ਮਨ ਹੈ ਕਿ ਉਹਨਾਂ ਲੋੜਵੰਦ ਲੋਕਾਂ ਨੂੰ ਔਰ ਉਹਨਾਂ ਮਹਾਂਪੁਰਖਾਂ ਦੇ ਨਾਲ ਮਿਲ ਕੇ ਜਿਹੜੇ ਸੇਵਾ ਵਿੱਚ ਪਹਿਲੇ ਲੱਗੇ ਹੋਏ ਨੇ, ਅਸੀਂ ਕੈਂਪਾਂ ਦਾ ਵੀ ਜਿਹੜਾ ਹੈਗਾ ਸੇਵਾਵਾਂ ਜਿਹੜੇ ਤੁਸੀਂ ਸ਼ੁਰੂ ਕਰਿਓ। ਹਾਂਜੀ ਬਿਲਕੁਲ ਜ਼ਰੂਰ, ਅਸੀਂ ਅਗਲੇ 2-3 ਮਹੀਨੇ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਜਿੰਨੇ ਵੱਧ ਤੋਂ ਵੱਧ ਕੈਂਪ ਹੋ ਸਕਦੇ ਆ ਉਹ ਅਸੀਂ ਲਗਾਈਏ ਤਾਂ ਕਿ ਪਿੰਡਾਂ ਦੇ ਵਿੱਚ ਜਿਹੜੇ ਲੋਕੀ ਹੈਗੇ ਨੇ ਉਹਨਾਂ ਨੂੰ ਬੈਸਟ ਪੋਸੀਬਲ ਸਲਾਹ ਜਿਹੜੀ ਹੈ ਉਹਨਾਂ ਦੇ ਤਕਲੀਫਾਂ ਬਾਰੇ ਜਿਹੜੀ ਦਿੱਤੀ ਜਾ ਸਕੇ ਤਾਂ ਕਿ ਮਰੀਜ਼ ਨੂੰ ਐਟਲੀਸਟ ਉਹਦੀ ਬਿਮਾਰੀ ਦਾ ਪਤਾ ਲੱਗੇ। ਕਿਉਂਕਿ ਮੈਂ ਜੋ ਪਿਛਲੇ 8-10 ਸਾਲ ਦੇ ਵਿੱਚ ਇਸ ਏਰੀਆ ਦੇ ਵਿੱਚ ਦੇਖਿਆ ਕਿ ਲੋਕਾਂ ਨੂੰ ਜ਼ਿਆਦਾਤਰ ਜਿਹੜੀ ਹੈ ਸਹੀ ਸਲਾਹ ਨਹੀਂ ਮਿਲਦੀ ਹੈਗੀ, ਉਹਦੇ ਕਰਕੇ ਮਰੀਜ਼ ਜਿਹੜਾ ਵਿਚਾਰਾ ਖੱਜਲ ਹੁੰਦਾ ਰਹਿੰਦਾ, ਉਹਦੀ ਬਿਮਾਰੀ ਵੱਧ ਜਾਂਦੀ ਹੈਗੀ ਹੈ ਤੇ ਵਧਣ ਕਰਕੇ ਉਹਦਾ ਨੁਕਸਾਨ ਹੋ ਜਾਂਦਾ ਹੈ। ਈਵਨ ਜਿੱਦਾਂ ਲੈਟਰਿਨ 'ਚ ਖੂਨ ਆਉਂਦਾ ਮਰੀਜ਼ਾਂ ਨੂੰ, ਉਹ ਬਿਨਾਂ ਕਿਸੇ ਨੂੰ ਦੱਸੇ ਹੋਏ ਉਹ ਬਵਾਸੀਰ ਕਰਕੇ ਇਲਾਜ ਕਰਵਾਉਂਦੇ ਰਹਿੰਦੇ ਹੈਗੇ ਨੇ। ਤੇ ਮੇਰੇ ਕੋਲ ਕਈ ਵਾਰੀ ਐਸੇ ਮਰੀਜ਼ ਆਉਂਦੇ ਨੇ ਜਿਨ੍ਹਾਂ ਨੂੰ ਉਦੋਂ ਚੈੱਕ ਕਰੀਦਾ ਤੇ ਫਿਰ ਉਹ ਕੈਂਸਰ ਵਗੈਰਾ ਨਿਕਲ ਆਉਂਦਾ ਹੈਗਾ ਔਰ ਜਿਹੜਾ ਕਿ ਵੱਧ ਗਿਆ ਹੁੰਦਾ ਹੈ। ਇਸ ਕਰਕੇ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਮਰੀਜ਼ ਦੀ ਜਿਹੜੀ ਹੈ ਬਿਮਾਰੀ ਜਿਹੜੀ ਹੈ ਜੜ੍ਹ ਤੋਂ ਫੜੀ ਜਾਏ। ਇਸ ਕਰਕੇ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜਦੋਂ ਮਰੀਜ਼ ਨੂੰ ਕੋਈ ਵੀ ਪ੍ਰੋਬਲਮ ਹੈਗੀ ਹੈ ਐਟਲੀਸਟ ਇੱਕ ਵਾਰੀ ਕੁਆਲੀਫਾਈਡ ਡਾਕਟਰ ਨੂੰ ਦਿਖਾ ਕੇ ਐਗਜ਼ਾਮਿਨ ਜ਼ਰੂਰ ਕਰਵਾਏ। ਉਹਦੇ ਬਾਅਦ ਹਾਂ ਬਵਾਸੀਰ ਹੈ, ਬਾਅਦ 'ਚ ਇਲਾਜ ਬਵਾਸੀਰ ਦਾ ਹੋ ਜਾਏਗਾ, ਪਰ ਜਿਹੜੀ ਚੀਜ਼ ਮਿਸ ਹੋ ਜਾਂਦੀ ਹੈ ਕਿਸੇ ਵੇਲੇ ਉਹ ਸਾਲ 1.5 ਸਾਲ ਅਗਰ ਲੇਟ ਹੋ ਗਿਆ ਮਰੀਜ਼ ਉਸੇ ਚੱਕਰ ਦੇ ਵਿੱਚ ਫਿਰ ਕੈਂਸਰ ਜਿਹੜਾ ਹੈ ਉਹ ਬੜੀ ਜਲਦੀ ਫੈਲ ਜਾਂਦਾ ਹੈਗਾ। ਫਿਰ ਬਾਅਦ ਵਿੱਚ ਮਰੀਜ਼ ਦਾ ਜਿਹੜਾ ਨੁਕਸਾਨ ਜ਼ਿਆਦਾ ਹੋ ਜਾਂਦਾ, ਕਈ ਵਾਰੀ ਜਾਨ ਦਾ ਵੀ ਨੁਕਸਾਨ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਪਿੱਤੇ ਦੀਆਂ ਪੱਥਰੀਆਂ ਦਾ ਹੁੰਦਾ ਹੈ ਕਿ ਲੋਕਾਂ ਨੂੰ ਪੇਟ ਦੇ ਵਿੱਚ ਜਲਨ ਹੁੰਦੀ ਰਹਿੰਦੀ ਹੈ ਜਾਂ ਪੇਟ ਖਾਣਾ ਹਜਮ ਨਹੀਂ ਹੁੰਦਾ, ਉਹਦੇ ਕਰਕੇ ਮਰੀਜ਼ ਲੋਕਲ ਦਵਾਈਆਂ ਲੈਂਦੇ ਰਹਿੰਦੇ ਹੈਗੇ ਆ। ਪੇਨ ਵੀ ਹੁੰਦੀ ਹੈ ਤਾਂ ਵੀ ਲੋਕਲ ਟੀਕਾ ਲਗਵਾ ਲੈਂਦੇ ਹੈਗੇ ਆ, ਪਰ ਅਲਟਰਾਸਾਊਂਡ ਸਿੰਪਲ ਇੱਕ ਅਲਟਰਾਸਾਊਂਡ ਕਰਵਾਉਣਾ ਹੁੰਦਾ, ਉਹਦੇ 'ਚ ਪਤਾ ਲੱਗ ਜਾਂਦਾ ਹੈਗਾ ਪਿੱਤੇ 'ਚ ਪੱਥਰੀਆਂ ਹੈਗੀਆਂ ਕਿ ਨਹੀਂ ਹੈਗੀਆਂ। ਤੇ ਜੇ ਉਹ ਪਤਾ ਲੱਗ ਜਾਂਦਾ ਹੈਗਾ ਤੇ ਉਹਦਾ ਇਲਾਜ ਪ੍ਰੋਪਰ ਹੋ ਜਾਂਦਾ ਹੈਗਾ। ਇਲਾਜ ਕੀ ਹੈ, ਅੱਜ ਕੱਲ੍ਹ ਦੂਰਬੀਨ ਨਾਲ ਆਪਰੇਸ਼ਨ ਹੁੰਦਾ, ਪਿੱਤਾ ਕੱਢ ਦਿੰਦੇ ਆ, ਉਹਦੇ ਬਾਅਦ ਪੇਸ਼ੈਂਟ ਜਿਹੜਾ ਪਰਮਾਨੈਂਟ ਕਿਉਰ ਹੋ ਜਾਂਦਾ ਹੈ। ਲੇਕਿਨ ਉਹੀ ਮਰੀਜ਼ ਅਗਰ ਦਵਾਈ ਖਾਂਦਾ ਰਹਿੰਦਾ ਹੈਗਾ, ਇਲਾਜ ਨਹੀਂ ਕਰਾਉਂਦਾ ਹੈਗਾ ਜਾਂ ਲੋਕਲ ਟ੍ਰੀਟਮੈਂਟ ਕਰਵਾਉਂਦਾ ਹੈਗਾ, ਕਿਸੇ ਵੇਲੇ ਉਹ ਕੰਪਲਿਕੇਸ਼ਨ ਇੰਨੀ ਸੀਵੀਅਰ ਹੋ ਜਾਂਦੀ ਹੈ ਕਿ ਕਈ ਵਾਰੀ ਮਰੀਜ਼ ਦਾ ਜਿਹੜਾ ਹੈ ਜਾਨ ਦਾ ਵੀ ਖਤਰਾ ਹੋ ਜਾਂਦਾ ਹੈ। ਔਰ ਹੁਣ ਜੋ ਲੇਟੈਸਟ ਰਿਸਰਚ ਹੈਗੀ ਆ ਉਹਦੇ 'ਚ ਇਹ ਹੈਗਾ ਕਿ ਪੱਥਰੀਆਂ ਜਿਹੜੀਆਂ ਬਹੁਤ ਜ਼ਿਆਦਾ ਸਾਲ ਅਗਰ ਪਿੱਤੇ ਦੇ ਵਿੱਚ ਪਈਆਂ ਰਹਿੰਦੀਆਂ ਹੈਗੀਆਂ ਤੇ ਉਹਦੇ ਨਾਲ ਪਿੱਤੇ ਦਾ ਕੈਂਸਰ ਵੀ ਬਣਨ ਦਾ ਰਿਸਕ ਹੁੰਦਾ। ਇਸ ਕਰਕੇ ਮਰੀਜ਼ ਦਾ ਜਿਹੜਾ ਹੈ ਜੋ ਵੀ ਪ੍ਰੋਬਲਮ ਹੈਗੀ ਹੈ ਉਹਦਾ ਪ੍ਰੋਪਰ ਜਿਹੜਾ ਹੈ ਜੜੋਂ ਫੜ ਕੇ ਉਹਦਾ ਇਲਾਜ ਕੀਤਾ ਜਾਏ ਤਾਂ ਕਿ ਮਰੀਜ਼ ਦਾ ਅੱਗੇ ਫਿਊਚਰ ਦੇ ਵਿੱਚ ਜਿਹੜਾ ਨੁਕਸਾਨ ਨਾ ਹੋਵੇ। ਸਾਡੀ ਇਹ ਵੀ ਕੋਸ਼ਿਸ਼ ਹੁੰਦੀ ਹੈ। ਡਾਕਟਰ ਸਾਹਿਬ ਕਿਡਨੀ ਦੀ ਗੱਲ ਕਰ ਲਈਏ, ਸਟੋਨਸ ਦੀ ਗੱਲ ਕਰ ਲਈਏ, ਕਿਡਨੀ ਦੇ ਸਟੋਨਸ ਦੀ ਗੱਲ ਕਰ ਲਈਏ, ਕੀ ਕਹਿਣਾ ਚਾਹੋਗੇ ਕਿ ਅਗਰ ਸਟੋਨਸ ਜਿਹੜੇ ਹੈਗੇ ਜਦੋਂ ਛੋਟੇ ਸਟੋਨਸ ਹੁੰਦੇ ਆ ਉਦੋਂ ਹੀ ਬੰਦੇ ਨੂੰ ਮਤਲਬ ਅਵੇਅਰ ਹੋਣਾ ਚਾਹੀਦਾ ਔਰ ਆਪਰੇਸ਼ਨ ਕਰਾ ਕੇ ਉਹ ਚੀਜ਼ਾਂ ਜਿਹੜੀਆਂ ਪਹਿਲਾਂ ਬਿਲਕੁਲ ਸਿੰਪਲ ਹੁੰਦੀਆਂ ਮੁੜ ਕੇ ਕੰਪਲੈਕਸਿਟੀ ਤੋਂ ਬਚਣਾ ਚਾਹੀਦਾ? ਬਿਲਕੁਲ ਜੀ ਬਿਲਕੁਲ। ਇੱਦਾਂ ਹੈ ਕਿ ਗੁਰਦੇ ਦੀਆਂ ਪੱਥਰੀਆਂ ਜਿਹੜੀਆਂ ਹੁੰਦੀਆਂ ਜੇ ਤੇ ਛੋਟੀਆਂ ਪੱਥਰੀਆਂ ਹੈਗੀਆਂ 7-8 mm ਤੱਕ 6-7 mm ਤੱਕ ਅਸੀਂ ਕਹਿੰਦੇ ਹੈਗੇ ਆ ਕਿ ਜਿਹੜੀਆਂ ਦਵਾਈਆਂ ਦੇ ਨਾਲ ਨਿਕਲ ਸਕਦੀਆਂ ਹੈਗੀਆਂ। ਸੈਕੰਡਲੀ ਗੁਰਦੇ ਦੀ ਪੱਥਰੀ ਤੇ ਪਿੱਤੇ ਦੀ ਪੱਥਰੀ ਦੇ ਵਿੱਚ ਬਹੁਤ ਵੱਡਾ ਇਲਾਜ ਦੇ ਵਿੱਚ ਫਰਕ ਇਹ ਹੈਗਾ ਕਿ ਪਿੱਤੇ ਦੇ ਵਿੱਚ ਜੇ ਪੱਥਰੀਆਂ ਬਣਦੀਆਂ ਹੈਗੀਆਂ ਤੇ ਉਹਦਾ ਆਪਰੇਸ਼ਨ ਕਰਕੇ ਪਿੱਤਾ ਪੂਰਾ ਨਿਕਲ ਜਾਂਦਾ ਹੈਗਾ। ਲੇਕਿਨ ਗੁਰਦੇ ਦੀਆਂ ਪੱਥਰੀਆਂ ਅਗਰ ਬਣਦੀਆਂ ਹੈਗੀਆਂ, ਅਗਰ ਵੱਡੀ ਪੱਥਰੀ ਹੈ, ਤੁਸੀਂ ਇਲਾਜ ਵੀ ਕਰਾ ਲਿਆ, ਆਪਰੇਸ਼ਨ ਵੀ ਕਰਾ ਲਿਆ, ਉਹਦੇ ਬਾਵਜੂਦ ਵੀ ਦੁਬਾਰਾ ਪੱਥਰੀਆਂ ਬਣਨ ਦਾ ਚਾਂਸ ਹੁੰਦਾ ਕਿਉਂਕਿ ਉਹਦੇ ਵਿੱਚ ਆਪਰੇਸ਼ਨ ਦੇ ਵਿੱਚ ਅਸੀਂ ਸਿਰਫ ਪੱਥਰੀ ਕੱਢਦੇ ਹਾਂ,
ਪੂਰਾ ਗੁਰਦਾ ਨਹੀਂ ਕੱਢਦੇ ਹੈਗੇ, ਕਿਉਂਕਿ ਗੁਰਦਾ ਜਿਹੜਾ ਵਾ ਬਹੁਤ ਇੱਕ ਇੰਪੋਰਟੈਂਟ ਆਰਗਨ ਹੈਗਾ ਬਾਡੀ ਦਾ। ਇਸ ਕਰਕੇ ਮਰੀਜ਼ ਨੂੰ ਜਿਹੜਾ ਵਾ ਉਹਦੇ ਨਾਲ ਪੂਰੀਆਂ ਆਪਣੀਆਂ ਪ੍ਰੀਕਾਸ਼ਨਸ ਲੈਣੀਆਂ ਪੈਂਦੀਆਂ ਫਿਊਚਰ ਦੇ ਵਿੱਚ ਵੀ, ਤਾਂ ਕਿ ਦੁਬਾਰਾ ਪੱਥਰੀ ਨਾ ਬਣੇ। ਉਹਦੇ ਵਾਸਤੇ ਲਿਕੁਇਡਸ ਜ਼ਿਆਦਾ ਲੈਣੇ ਚਾਹੀਦੇ ਆ, ਪਾਣੀ ਜ਼ਿਆਦਾ ਪੀਣਾ ਚਾਹੀਦਾ ਹੈ, ਜਾਂ ਅੱਜ ਕੱਲ੍ਹ ਸਟੋਨ ਜਿਹੜਾ ਕੱਢਦੇ ਹੈਗੇ ਆ ਉਹਦਾ ਅਸੀਂ ਸਟੋਨ ਐਨਾਲਿਸਿਸ ਕਰਵਾਉਂਦੇ ਹੈਗੇ ਆ, ਉਹਦੇ ਨਾਲ ਕਿਸ ਟਾਈਪ ਦਾ ਸਟੋਨ ਬਣ ਰਿਹਾ ਹੈਗਾ, ਉਹਦੇ ਹਿਸਾਬ ਨਾਲ ਉਹਨਾਂ ਨੂੰ ਅਸੀਂ ਜਿਹੜੀ ਇਹ ਸਲਾਹ ਦਿੰਦੇ ਆ ਮਰੀਜ਼ ਨੂੰ ਕਿ ਕਿਹੜੀ ਚੀਜ਼ ਖਾਣੀ ਚਾਹੀਦੀ ਹੈ, ਕਿਹੜੀ ਨਹੀਂ ਖਾਣੀ ਚਾਹੀਦੀ। ਪਾਣੀ ਜ਼ਿਆਦਾ, ਕਿਉਂਕਿ ਟੈਂਡੈਂਸੀ ਹੁੰਦੀ ਹੈ ਕਈਆਂ ਦੇ ਵਿੱਚ ਗੁਰਦੇ ਦੇ ਵਿੱਚ ਪੱਥਰੀਆਂ ਬਣਨ ਦੀ। ਔਰ ਕਈ ਲੋਕੀ ਕਿਆ ਹੁੰਦਾ ਹੈ ਕਿ ਪੱਥਰੀ ਦੀ ਦਵਾਈ ਖਾਂਦੇ ਰਹਿੰਦੇ ਆ, ਪੱਥਰੀਆਂ ਬਣ ਗਈਆਂ, ਦਵਾਈ ਖਾ ਲਈ। ਮੈਂ ਫਿਰ ਤੋਂ ਕਹਿ ਰਿਹਾ ਕਿ ਛੋਟੀਆਂ ਪੱਥਰੀਆਂ ਜਿਹੜੀਆਂ 6-7 mm ਤੱਕ ਦੀਆਂ ਹੈਗੀਆਂ, ਉਹਦੇ ਵਾਸਤੇ ਖਾਣ ਵਾਲੀਆਂ ਦਵਾਈਆਂ ਜਿਹੜੀਆਂ ਇਫੈਕਟਿਵ ਹੁੰਦੀਆਂ। ਉਸ ਤੋਂ ਵੱਧ ਜਿਹੜੇ ਪੱਥਰੀਆਂ ਹੁੰਦੀਆਂ ਉਹਦੇ ਵਿੱਚ ਬਹੁਤ ਜ਼ਿਆਦਾ ਇਫੈਕਟਿਵ ਨਹੀਂ ਹੁੰਦੀਆਂ। ਇਸ ਕਰਕੇ ਜੇ ਕਿਸੇ ਦੇ ਪੱਥਰੀ 1 ਸੈਂਟੀਮੀਟਰ, 1.5 ਸੈਂਟੀਮੀਟਰ, 2 ਸੈਂਟੀਮੀਟਰ ਦੀ ਹੈਗੀ ਹੈ, ਉਹਨੂੰ ਆਪਰੇਸ਼ਨ ਕਰਕੇ ਹੀ ਕਢਾਉਣਾ ਚਾਹੀਦਾ ਹੈਗਾ, ਕਿਉਂਕਿ ਅਗਰ ਆਪਰੇਸ਼ਨ ਨਹੀਂ ਕਰਾਉਂਦੇ ਤੇ ਉਹ ਹੌਲੀ ਗੁਰਦਾ ਜਿਹੜਾ ਵਾ ਉਹ ਖਰਾਬ ਹੋਣ ਦਾ ਡਰ ਰਹਿੰਦਾ ਹੈਗਾ। ਪੱਥਰੀਆਂ ਜਿਹੜੀਆਂ ਮੈਂ ਗੁਰਦਾ ਨੂੰ ਖਰਾਬ ਕਰ ਦਿੰਦੀਆਂ ਹੈਗੀਆਂ, ਔਰ ਜੇ ਗੁਰਦੇ ਖਰਾਬ ਹੋ ਜਾਣ ਤੇ ਫਿਰ ਜਿਹੜਾ ਵਾ ਉਹ ਇੱਕ ਤਰ੍ਹਾਂ ਐਂਡ ਸਟੇਜ ਰੀਨਲ ਡਿਜ਼ੀਜ਼ ਹੋ ਜਾਂਦੀ ਹੈ। ਫਿਰ ਪੇਸ਼ੈਂਟ ਨੂੰ ਡਾਇਲਿਸਿਸ ਕਰਵਾਉਣਾ ਪੈਂਦਾ ਹੈਗਾ ਜਾਂ ਫਿਰ ਕਿਡਨੀ ਟ੍ਰਾਂਸਪਲਾਂਟ ਕਰਾਉਣਾ ਪੈਂਦਾ ਹੈਗਾ, ਜੋ ਕਿ ਬਹੁਤ ਹੀ ਕੰਪਲਿਕੇਟਿਡ ਔਰ ਡਿਫਿਕਲਟ ਇਲਾਜ ਹੈਗਾ ਔਰ ਬਹੁਤ ਤਕਲੀਫਦਾਈ ਹੈਗਾ। ਜਦਕਿ ਪੱਥਰੀਆਂ ਦਾ ਸਿੰਪਲ ਇਲਾਜ ਜਿਹੜਾ ਵਾ ਉਹ ਕੰਪੈਰੀਟਿਵਲੀ ਕਾਫੀ ਆਸਾਨ ਹੈਗਾ ਔਰ ਜਲਦੀ ਰਿਲੀਫ ਮਿਲ ਜਾਂਦਾ ਹੈ। ਦੱਸੋ ਕੀ ਕਹਿਣਾ ਚਾਹੋਗੇ ਕਿ ਲੈਪਰੋਸਕੋਪਿਕ ਸਰਜਰੀਆਂ ਜਿਹੜੀਆਂ ਅੱਜ ਕੱਲ੍ਹ ਉਨੀਆਂ ਕੰਪਲਿਕੇਟਡ ਨਹੀਂ ਰਹੀਆਂ, ਔਰ ਉਹ ਡੇ ਕੇਅਰ ਸਰਜਰੀ ਦੀ ਤਰ੍ਹਾਂ ਹੀ ਤੁਸੀਂ ਕਰਦੇ ਹੋ, ਮਰੀਜ਼ ਨੂੰ ਜ਼ਿਆਦਾ ਦੇਰ ਰੁਕਣਾ ਵੀ ਨਹੀਂ ਪੈਂਦਾ ਗਾ, ਔਰ ਉਹਨੂੰ ਜਿਹੜਾ ਹੈਗਾ ਬਹੁਤ ਘੱਟ ਦਰਦ ਵੀ ਨਹੀਂ ਹੁੰਦਾ, ਕੋਈ ਬਲੱਡ ਸ਼ੈਡਿੰਗ ਵੀ ਨਹੀਂ ਹੁੰਦੀ। ਕੀ ਕਹਿਣਾ ਚਾਹੋਗੇ ਕਿ ਅੱਜ ਕੱਲ੍ਹ ਦੀ ਜਿਹੜੀ ਜਿਸ ਤਰੀਕੇ ਨਾਲ ਟੈਕਨੀਕਸ ਜਿਹੜੀਆਂ ਨਈਆਂ ਲੈਪਰੋਸਕੋਪੀ ਦੇ ਆ ਗਈਆਂ, ਜਿਹੜੇ ਤੁਹਾਡੇ ਕੋਲ ਅਵੇਲੇਬਲ ਹੈਗੀਆਂ, ਉਹਦੇ ਨਾਲ ਉਹ ਡੇ ਕੇਅਰ ਦੀ ਤਰ੍ਹਾਂ ਹੀ ਮਤਲਬ ਕਰ ਸਕਦਾ ਹੈਗਾ ਔਰ ਆਪਣੇ ਕੰਮ ਤੇ ਜਾ ਸਕਦਾ ਹੈ ਬਾਅਦ 'ਚ? ਇੱਦਾਂ ਹੈ ਕਿ ਸਰਜਰੀ ਦੇ ਵਿੱਚ ਟੈਕਨੀਕਸ ਜਿਹੜੀਆਂ ਬਹੁਤ ਜ਼ਿਆਦਾ ਰਿਫਾਈਨ ਹੋ ਗਈਆਂ, ਬਹੁਤ ਐਡਵਾਂਸਮੈਂਟਸ ਹੋ ਗਈਆਂ ਹੈਗੀਆਂ। ਐਨਸਥੀਸੀਆ ਪ੍ਰੋਸੀਜਰ ਵੀ ਜਿਹੜਾ ਵਾ ਉਹ ਬਹੁਤ ਜ਼ਿਆਦਾ ਐਡਵਾਂਸਡ ਹੋ ਗਿਆ, ਜਿਹਦੇ ਕਰਕੇ ਮਰੀਜ਼ ਨੂੰ ਬਹੁਤ ਹੀ ਪੇਨਲੈਸ ਇੱਕ ਤਰ੍ਹਾਂ ਦੀ ਸਰਜਰੀ ਹੋ ਜਾਂਦੀ ਹੈ। ਇਨੀਸ਼ੀਅਲੀ ਹਲਕੀ ਜਿਹੀ ਪੇਨ ਹੁੰਦੀ ਹੈ, ਉਹਦੇ ਬਾਅਦ ਮਰੀਜ਼ ਨੂੰ ਕੁਝ ਪਤਾ ਨਹੀਂ ਲੱਗਦਾ ਹੈਗਾ, ਔਰ ਅਸੀਂ ਸੈਕਿੰਡ ਡੇ ਮਰੀਜ਼ ਦੀ ਛੁੱਟੀ ਕਰ ਦਿੰਦੇ ਹਾਂ। ਜੇ ਬਹੁਤ ਹੀ ਮਰੀਜ਼ ਲੋਕਲ ਹੋਏ ਜਿਹੜਾ ਕਿ ਦੁਬਾਰਾ ਆ ਸਕਦਾ ਕਿ ਕੋਈ ਪ੍ਰੋਬਲਮ ਹੋ ਜਾਏ, ਤੇ ਉਹਨੂੰ ਅਸੀਂ ਈਵਨ ਸੇਮ ਡੇ ਵੀ ਛੁੱਟੀ ਕਰ ਦਿੰਦੇ ਹੈਗੇ। ਔਰ ਲੈਪਰੋਸਕੋਪੀ ਦੇ ਵਿੱਚ ਸਭ ਤੋਂ ਵੱਡਾ ਐਡਵਾਂਟੇਜ ਇਹੀ ਹੈਗਾ ਕਿ ਪੇਨ ਘੱਟ ਹੁੰਦੀ ਹੈ। ਪ੍ਰੋਸੀਜਰ ਦੇ ਵਿੱਚ ਮਰੀਜ਼ ਨੂੰ ਜਿਹੜਾ ਵਾ ਸਕਾਰ ਘੱਟ ਬਣਦਾ ਹੈਗਾ, ਜੋ ਔਰ ਜ਼ਖਮ ਜਲਦੀ ਹੀਲ ਹੋ ਜਾਂਦਾ ਹੈ। ਮਰੀਜ਼ ਨੂੰ ਪੋਸਟ ਆਪ ਜਿਹੜੀ ਹੈ ਰਿਕਵਰੀ ਫਾਸਟ ਹੁੰਦੀ ਹੈ, ਜ਼ਿਆਦਾ ਬੈੱਡ ਰੈਸਟ ਜ਼ਿਆਦਾ ਨਹੀਂ ਹੁੰਦੀ, ਬੈੱਡ ਦੇ ਉੱਤੇ ਜ਼ਿਆਦਾ ਨਹੀਂ ਰਹਿਣਾ ਪੈਂਦਾ ਹੈਗਾ। ਇਹ ਸਭ ਸਹੂਲਤਾਂ ਹੈਗੀਆਂ ਜਿਹਦੇ ਨਾਲ ਲੈਪਰੋਸਕੋਪਿਕ ਜਿਹੜੀ ਹੈ ਇਸ ਕਰਕੇ ਐਡਵਾਂਸਮੈਂਟ ਹੋ ਰਹੀ ਹੈ, ਇਸ ਕਰਕੇ ਜਿਹੜੀ ਹੈ ਉਹ ਜਿਹੜੀ ਹੈ ਕਾਮਨ ਵੀ ਹੋ ਰਹੀ ਹੈਗੀ ਆ ਔਰ ਲੋਕਾਂ ਨੂੰ ਪਸੰਦ ਵੀ ਆ ਰਹੀ ਹੈਗੀ ਹੈ, ਕਿਉਂਕਿ ਮਰੀਜ਼ ਨੂੰ ਜਲਦੀ ਰਿਕਵਰੀ ਹੁੰਦੀ ਹੈ, ਜਲਦੀ ਤਕਲੀਫ ਤੋਂ ਛੁਟਕਾਰਾ ਮਿਲਦਾ ਹੈ। ਦੱਸੋ ਜਿੱਦਾਂ ਤੁਸੀਂ ਹਿਸਟੋਮੀ ਦੀ ਗੱਲ ਕੀਤੀ, ਅੱਜ ਕੱਲ੍ਹ ਦਾ ਤੁਸੀਂ ਜਿੱਦਾਂ ਗੱਲ ਕਰ ਰਹੇ ਹੋ ਕਿ ਬੱਚੇਦਾਨੀ ਜਿਹੜੀ ਹੈਗੀ ਆ ਉਹ ਵੀ ਲੈਪਰੋਸਕੋਪਿਕ ਤਰੀਕੇ ਦੇ ਨਾਲ ਤੁਸੀਂ ਨਿਕਾਲ ਲੈਂਦੇ ਹੋ, ਔਰ ਉਹਦੇ ਨਾਲ ਸਿਸਟਸ ਦੀ ਆਪਾਂ ਗੱਲ ਕਰ ਲਈਏ ਲੇਡੀਜ਼ ਦੇ, ਉਹਦੇ ਵੀ ਤੁਸੀਂ ਆਪਰੇਸ਼ਨਸ ਕਰਦੇ ਹੋ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਇੱਦਾਂ ਕਿ ਬੱਚੇਦਾਨੀ ਦੇ ਵਿੱਚ ਵੀ ਉਹੀ ਗੱਲ ਆ ਜਾਂਦੀ ਹੈ ਕਿ ਪਹਿਲਾਂ ਸੀਗਾ ਕਿ ਚੀਰੇ ਵਾਲਾ ਆਪਰੇਸ਼ਨ ਹੁੰਦਾ ਸੀਗਾ, ਹੁਣ ਦੂਰਬੀਨ ਨਾਲ ਆਪਰੇਸ਼ਨ ਹੋਣੇ ਸ਼ੁਰੂ ਹੋ ਗਏ। ਹਾਲਾਂਕਿ ਇਹਦੇ ਵਿੱਚ ਮਰੀਜ਼ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ। ਹਾਲਾਂਕਿ ਇਹਨਾਂ ਜਿਹੜਾ ਲੈਪਰੋਸਕੋਪਿਕ ਸਰਜਰੀ ਹੈਗੀ ਹੈ ਥੋੜ੍ਹੀ ਜਿਹੀ ਯੂਟਰਸ ਵਾਲੀ ਜਿਹੜੀ ਹੈ ਕੰਪਲਿਕੇਟਿਡ ਹੁੰਦੀ ਹੈ, ਥੋੜਾ ਐਡਵਾਂਸਡ ਇਕਵਿਪਮੈਂਟ ਵਗੈਰਾ ਚਾਹੀਦੇ ਹੁੰਦੇ ਆ, ਇਸ ਕਰਕੇ ਹਰ ਜਗ੍ਹਾ ਤੇ ਨਹੀਂ ਹੁੰਦੀ ਹੈਗੀ। ਪਰ ਸਾਡੇ ਕੋਲ ਸਾਰੀ ਫੈਸਿਲਿਟੀ ਹੈਗੀ ਹੈ, ਅਸੀਂ ਲੈਪਰੋਸਕੋਪਿਕਲੀ ਬੱਚੇਦਾਨੀ ਦਾ ਆਪਰੇਸ਼ਨ ਕਰਦੇ ਹਾਂ। ਈਵਨ ਅੰਡੇਦਾਨੀਆਂ ਦਾ ਆਪਰੇਸ਼ਨ ਜਾਂ ਅੰਡੇਦਾਨੀ ਦੇ ਵਿੱਚ ਕੋਈ ਰਸੌਲੀ ਹੈਗੀ ਆ ਉਹਦਾ ਵੀ ਆਪਰੇਸ਼ਨ ਅਸੀਂ ਦੂਰਬੀਨ ਨਾਲ ਕਰਦੇ ਹੈਗੇ ਹਾਂ। ਉਹਦੇ ਤੋਂ ਇਲਾਵਾ ਪੇਟ ਦੀਆਂ ਹੋਰ ਵੀ ਜਿਹੜੀਆਂ ਬਿਮਾਰੀਆਂ ਹੁੰਦੀਆਂ, ਈਵਨ ਡਾਇਗਨੋਸਟਿਕ ਲੈਪਰੋਸਕੋਪੀ ਕਰਦੇ ਹੈਗੇ ਆ, ਜਾਂ ਜਿੱਦਾਂ ਇਨਫਰਟੀਲਿਟੀ ਹੁੰਦੀ ਹੈ, ਪ੍ਰਾਇਮਰੀ ਇਨਫਰਟੀਲਿਟੀ ਹੈਗੀ ਹੈ, ਮਰੀਜ਼ ਨੂੰ ਬੱਚਾ ਨਹੀਂ ਹੁੰਦਾ ਹੈਗਾ, ਉਹਦੇ ਸਿਸਟ ਹੈਗੇ ਨੇ ਓਵਰੀਜ਼ ਦੇ ਵਿੱਚ, ਉਹਦੀ ਡ੍ਰਿਲਿੰਗ ਕਰਦੇ ਹੈਗੇ ਆ, ਜਿਹਦੇ ਨਾਲ ਕਿ ਚਾਂਸਿਸ ਵੱਧ ਜਾਂਦੇ ਹੈਗੇ, 30-40% ਚਾਂਸਿਸ ਪੇਸ਼ੈਂਟ ਦੇ ਕਨਸੀਵ ਕਰਨ ਦੇ ਜਿਹੜੇ ਉਹ ਵੱਧ ਜਾਂਦੇ ਹੈਗੇ। ਉਹ ਵੀ ਪ੍ਰੋਸੀਜਰ ਜਿਹੜਾ ਵਾ ਅਸੀਂ ਕਰਦੇ ਹੈਗੇ ਹਾਂ। ਈਵਨ ਬੱਚੇ ਬੰਦ ਕਰਨ ਦਾ ਆਪਰੇਸ਼ਨ ਵੀ ਜਿਹੜਾ ਵਾ ਉਹ ਵੀ ਦੂਰਬੀਨ ਨਾਲ ਅਸੀਂ ਕਰਦੇ ਹੈਗੇ, ਔਰ ਉਹਦੇ ਨਾਲ ਇਹੋ ਹੀ ਹੁੰਦਾ ਕਿ ਮਰੀਜ਼ ਨੂੰ ਪ੍ਰੋਪਰ ਅਸੀਂ ਇਹ ਨਹੀਂ ਹੈ ਕਿ ਹਰ ਮਰੀਜ਼ ਨੂੰ ਦੂਰਬੀਨ ਮਤਲਬ ਬੱਚੇਦਾਨੀ ਕੱਢਣ ਦਾ ਜ਼ਰੂਰੀ ਹੈਗਾ।
ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜਿੰਨਾ ਕੁ ਮਰੀਜ਼ ਨੂੰ ਬਹੁਤ ਹੀ ਜ਼ਰੂਰੀ ਹੈ ਤਾਂ ਹੀ ਬੱਚੇਦਾਨੀ ਕੱਢੀ ਜਾਏ, ਕਿਉਂਕਿ ਅੱਜ ਕੱਲ ਸੋਚ ਇਹ ਹੋ ਗਈ ਹੈ ਮਰੀਜ਼ ਦੀ ਕਿ ਬੱਚੇ ਹੋ ਗਏ ਹੈ, ਹੁਣ ਬੱਚੇਦਾਨੀ ਦੀ ਜ਼ਰੂਰਤ ਨਹੀਂ ਹੈਗੀ, ਜੇ ਮਾੜੀ ਮੋਟੀ ਵੀ ਤਕਲੀਫ ਹੈਗੀ ਹੈ ਤੇ ਚਲੋ ਜੀ ਬੱਚੇਦਾਨੀ ਕਢਾ ਦਿਓ। ਪਰ ਸਾਡੀ ਸੋਚ ਇਹ ਹੈ ਕਿ ਜੇ ਮਰੀਜ਼ ਨੂੰ ਉਹ ਤਕਲੀਫ ਜਿਹੜੀ ਹੈ ਦਵਾਈਆਂ ਨਾਲ ਠੀਕ ਹੋ ਸਕਦੀ ਹੈ ਤਾਂ ਉਹਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਦਵਾਈਆਂ ਨਾਲ ਠੀਕ ਹੋ ਜਾਏ, ਕਿਉਂਕਿ ਬੱਚੇ ਦਾ ਅਕਸਰ ਆਪਰੇਸ਼ਨ ਚਾਹੇ ਜੋ ਵੀ ਹੈ ਤਾਂ ਇਨਵੇਸਿਵ ਪ੍ਰੋਸੀਜਰ ਹੀ, ਤੇ ਇਸ ਕਰਕੇ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜੇ ਬਹੁਤ ਹੀ ਜ਼ਰੂਰੀ ਹੈ ਤਾਂ ਹੀ ਅਸੀਂ ਮਰੀਜ਼ ਦੀ ਬੱਚੇਦਾਨੀ ਦਾ ਆਪਰੇਸ਼ਨ ਕਰਦੇ ਹੈਗੇ। ਮੇਰੇ ਕੋਲ ਬਹੁਤ ਸਾਰੇ ਮਰੀਜ਼ ਐਸੇ ਹੈਗੇ ਨੇ ਆਉਂਦੇ ਨੇ ਜਿਨ੍ਹਾਂ ਦੇ ਛੋਟੀ ਛੋਟੀ ਰਸੌਲੀਆਂ ਹੁੰਦੀਆਂ 1 ਸੈਂਟੀਮੀਟਰ ਦੀ 2 ਸੈਂਟੀਮੀਟਰ ਦੀ ਕਿ ਜੀ ਬੱਚੇਦਾਨੀ ਦਾ ਆਪਰੇਸ਼ਨ ਕਰ ਦਿਓ, ਪਰ ਅਸੀਂ ਉਹਨਾਂ ਨੂੰ ਰਿਫਿਊਜ਼ ਕਰ ਦਿੰਦੇ ਹਾਂ ਕਿ ਤੁਸੀਂ ਅਜੇ ਦਵਾਈ ਲੈ ਕੇ ਦੇਖੋ, ਜੇ ਨਹੀਂ ਫਰਕ ਪਏਗਾ ਫਿਰ ਹੀ ਅਸੀਂ ਆਪਰੇਸ਼ਨ ਕਰਾਂਗੇ। ਔਰ ਬਹੁਤ ਸਾਰੇ ਮਰੀਜ਼ ਐਸੇ ਹੁੰਦੇ ਨੇ ਕਿ ਵਿਦ ਏਜ ਜਦੋਂ ਮੈਨੋਪੌਜ਼ ਆਉਂਦਾ ਹੈਗਾ, ਜਦੋਂ ਡੇਟ ਆਣੀ ਬੰਦ ਹੁੰਦੀ ਹੈ, ਉਹਦੇ ਬਾਅਦ ਉਹਨਾਂ ਦੇ ਕੰਪਲਿਕੇਸ਼ਨਸ ਜਿਹੜੇ ਕੰਪਲੇਂਟਸ ਹੁੰਦੀਆਂ, ਤਕਲੀਫਾਂ ਹੁੰਦੀਆਂ, ਉਹ ਠੀਕ ਹੋ ਜਾਂਦੀਆਂ ਹੈਗੀਆਂ ਤੇ ਉਹ ਬਿਨਾਂ ਆਪਰੇਸ਼ਨ ਦੇ ਹੀ ਮਰੀਜ਼ ਠੀਕ ਠਾਕ ਰਹਿੰਦਾ ਹੈਗਾ। ਡਾਕਟਰ ਸਾਹਿਬ ਯੂ ਆਰ ਇਨ ਇੰਸਟੀਟਿਊਸ਼ਨ ਬੜੇ ਲੰਬੇ ਡੇਟ ਹੈ ਤੁਹਾਡੇ ਕੋਲ, ਅਸੀਂ ਚਾਹਾਂਗੇ ਇਸ ਚੈਨਲ ਦੇ ਮਾਧਿਅਮ ਦੇ ਤੁਹਾਡੇ ਵਰਗੇ ਡਾਕਟਰ ਜਿਹੜੇ ਸੇਵਾ ਕਰ ਰਹੇ ਨੇ, ਅਸੀਂ ਵੱਧ ਤੋਂ ਵੱਧ ਉਹਨਾਂ ਨੂੰ ਆਪਣੇ ਟੀਵੀ ਸਕਰੀਨ ਦੇ ਮਾਧਿਅਮ ਦੇ ਉੱਤੇ ਲੋਕਾਂ ਦੇ ਨਾਲ ਰੂਬਰੂ ਕਰਾਈਏ। ਤੁਹਾਡਾ ਸਾਨੂੰ ਸਮਾਂ ਦੇਣ ਲਈ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਪੰਜਾਬ ਪਲੱਸ ਚੈਨਲ ਦਾ ਬਹੁਤ ਬਹੁਤ ਸ਼ੁਕਰੀਆ ਕਿ ਮੈਨੂੰ ਆਪਣਾ ਪਲੇਟਫਾਰਮ ਜਿਹੜਾ ਹੈ ਆਪਣੀਆਂ ਐਕਸਪੀਰੀਐਂਸਿਸ ਹੈਗੇ ਨੇ ਉਹ ਸ਼ੇਅਰ ਕਰਨ ਦਾ ਲੋਕਾਂ ਦੇ ਨਾਲ ਮੌਕਾ ਦਿੱਤਾ। ਧੰਨਵਾਦ।